ਜ਼ਿੰਦਗੀ ਦੇ ਅੰਦਰ ਪਲਦੇ ਹਾਂ ਕਿ ਅਸੀਂ ਖੁਦਾ ਦੇ ਪਾਕ ਪਵਿੱਤਰ ਵਚਨ ਨੂੰ ਸੁਣ ਸਕੀਏ, ਪੜ੍ਹ ਸਕੀਏ, ਬੋਲ ਸਕੀਏ, ਕਿਉਂਕਿ ਅਸੀਂ ਇਸ ਲਾਇਕ ਨਹੀਂ ਸੀ, ਪਰ ਖੁਦਾ ਨੇ ਸਾਨੂੰ ਇਸ ਲਾਇਕ ਬਣਾ ਦਿੱਤਾ ਕਿ ਅਸੀਂ ਪਰਮੇਸ਼ਵਰ ਦੀ ਪਾਕ ਪਵਿੱਤਰ ਬਾਣੀ ਨੂੰ ਪੜ੍ਹ ਸਕੀਏ। ਕਿਉਂਕਿ ਅੱਜ ਖੁਦਾ ਦੀ ਪਾਕ ਪਵਿੱਤਰ ਬਾਣੀ ਦੇ ਵਿੱਚੋਂ ਦੇਖਾਂਗੇ ਇੱਕ ਫਲ ਦੇ ਬਾਰੇ। ਇੱਕ ਫਲ ਅਸੀਂ ਵਰਿਸ਼ ਤੋਂ ਆਸ ਰੱਖਦੇ, ਜਿਹੜਾ ਬੀਜ ਇਸ ਧਰਤੀ ਦੇ ਉੱਤੇ ਬੀਜਦੇ ਹਾਂ। ਜਦੋਂ ਬੀਜਦੇ ਹਾਂ ਤੇ ਉਹਦੇ ਤੇ ਇੱਕ ਆਸ ਲਗਾ ਲੈਂਦੇ ਕਿ ਇਹ ਕੀ ਕਰੇਗਾ, ਜਲਦੀ ਹੀ ਸਾਨੂੰ ਫਲ ਦੇਵੇਗਾ। ਪਰ ਪਰਮੇਸ਼ਵਰ ਵੀ ਇੱਕ ਫਲ ਦੀ ਉਡੀਕ ਦੇ ਵਿੱਚ ਹੈ ਕਿ ਇਨਸਾਨ ਕਦ ਮੈਨੂੰ ਫਲਦਾਰ ਬਣਾਵੇਗਾ, ਕਦ ਮੈਨੂੰ ਫਲ ਦੇਵੇਗਾ, ਕਿਉਂਕਿ ਫਲ ਇਨਸਾਨ ਨੂੰ ਦੇਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਰੁੱਖ ਦੇ ਉੱਤੇ ਇੱਕ ਆਸ ਰੱਖਦੇ ਹਾਂ ਕਿ ਇਹ ਸਾਨੂੰ ਇੱਕ ਦਿਨ ਫਲ ਦੇਵੇਗਾ, ਤੇ ਪਰਮੇਸ਼ਵਰ ਨੇ ਵੀ ਇੱਕ ਆਸ ਰੱਖੀ ਹੈ ਕਿ ਮੈਂ ਕੀ ਕਰਾਂਗਾ, ਇਨਸਾਨ ਦੇ ਕੋਲੋਂ ਇੱਕ ਫਲ ਨੂੰ ਪ੍ਰਾਪਤ ਕਰਾਂਗਾ। ਕਿਉਂਕਿ ਅਸੀਂ ਜਦੋਂ ਖੁਦਾ ਦੇ ਪਾਕ ਪਵਿੱਤਰ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਉਹਦਾ 22 ਬਾਬ ਉਹਦੀ 7 ਐਤ, ਵੇਖ ਮੈਂ ਛੇਤੀ ਆਉਂਦਾ ਹਾਂ, ਤਾਂ ਉਹ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ। ਆਮੀਨ। ਕਿਉਂਕਿ ਪਰਮੇਸ਼ਵਰ ਦਾ ਵਚਨ ਆਖਦਾ, ਵੇਖ ਮੈਂ ਤੇਰੇ ਕੋਲ ਛੇਤੀ ਆਉਂਦਾ ਹਾਂ। ਪਰ ਉਹ ਇਨਸਾਨ ਧਨ ਹੈ ਜਿਹੜਾ ਇਸ ਅਗਮ ਵਾਕ ਦੇ ਪੋਥੀਆਂ ਦੀ ਬਾਣੀ ਦੀ ਪਾਲਣਾ ਕਰਦਾ ਹੈ, ਕਿਉਂਕਿ ਅੱਜ ਇਹ ਖੁਦਾ ਦਾ ਵਚਨ ਹੈ। ਕਿਉਂਕਿ ਯਹੋਨਾ ਦੀ ਅੰਜੀਲ ਦੇ ਵਿੱਚ ਲਿਖਿਆ, ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਤੇ ਸ਼ਬਦ ਹੀ ਪਰਮੇਸ਼ਵਰ ਸੀ, ਤੇ ਸ਼ਬਦ ਦੁਆਰਾ ਹੀ ਸਭ ਕੁਝ ਰਚਿਆ ਗਿਆ। ਕਿਉਂਕਿ ਸ਼ਬਦ ਪਰਮੇਸ਼ਵਰ ਨੇ ਇਸ ਧਰਤੀ ਦੇ ਉੱਤੇ ਬੋਲੇ ਤੇ ਸਭ ਕੁਝ ਹੋ ਗਿਆ। ਜਦੋਂ ਅਸੀਂ ਉਤਪਤੀ ਦੀ ਕਿਤਾਬ ਉਹਦਾ 1 ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਤੇ ਜਦੋਂ ਇੱਕ ਬਾਪ ਤੋਂ ਇੱਕ ਐਤ ਤੋਂ ਸ਼ੁਰੂ ਕਰਦੇ, ਲਿਖਿਆ ਇਸ ਧਰਤੀ ਬਿੰਡੋਲ ਸੀ, ਸੁੰਜਵੀਂ ਸੀ, ਤੇ ਪਾਣੀਆਂ ਦੇ ਨਾਲ ਭਰੀ ਹੋਈ ਸੀ। ਤੇ ਪਰਮੇਸ਼ਵਰ ਨੇ ਚਾਹਿਆ ਕਿ ਮੈਂ ਕੀ ਕਰਾਂ, ਇਹਨਾਂ ਨੂੰ ਸਭਨਾ ਚੀਜ਼ਾਂ ਨੂੰ ਅੱਡ-ਅੱਡ ਕਰਾਂ। ਉਹਨੇ ਪਾਣੀ ਦੀ ਵੰਡ ਕੀਤੀ, ਆਕਾਸ਼ ਤੇ ਧਰਤੀ ਦੀ ਵੰਡ ਕੀਤੀ, ਜੀਵ ਜੰਤੂਆਂ ਦੀ ਵੰਡ ਕੀਤੀ, ਧਰਤੀ ਦੀ ਵੰਡ ਕੀਤੀ। ਹੋਇਆ ਕਿੱਦਾਂ? ਇੱਕ ਸ਼ਬਦ ਦੇ ਦੁਆਰਾ। ਅੱਜ ਅਸੀਂ ਮਿਹਨਤ ਕਰਦੇ ਹਾਂ, ਅੱਜ ਅਸੀਂ ਬੀਜ ਬੀਜਦੇ ਹਾਂ, ਤੇ ਫਿਰ ਉਹਦੇ ਉੱਤੋਂ ਕੁਝ ਆਸ ਰੱਖਦੇ ਹਾਂ। ਤੇ ਪਰਮੇਸ਼ਵਰ ਨੇ ਕੀ ਕੀਤਾ? ਇੱਕ ਸ਼ਬਦ ਦੁਆਰਾ ਸਭ ਕੁਝ ਉਤਪਤ ਕੀਤਾ। ਪਰ ਇੱਕ ਚੀਜ਼ ਉੱਤੇ ਪਰਮੇਸ਼ਵਰ ਨੇ ਮਿਹਨਤ ਕੀਤੀ, ਇਨਸਾਨ ਦੇ ਉੱਤੇ। ਇਨਸਾਨ ਨੂੰ ਬਣਾਉਣ ਦੇ ਲਈ ਉਹਨੇ ਮਿੱਟੀ ਨੂੰ ਗੋਇਆ, ਜਿਵੇਂ ਅੱਜ ਭੈਣਾਂ ਆਟੇ ਨੂੰ ਗੁੰਨਦੀਆਂ ਨੇ, ਤਿਵੇਂ ਪਰਮੇਸ਼ਵਰ ਨੇ ਵੀ ਮਿੱਟੀ ਨੂੰ ਗੁੰਨਿਆ ਤੇ ਆਪਣੇ ਸਰੂਪ ਦੇ ਉਹਨੇ ਇਨਸਾਨ ਨੂੰ ਤਿਆਰ ਕਰ ਦਿੱਤਾ ਕਿ ਇਨਸਾਨ ਇੱਕ ਜਿਉਂਦੀ ਜਾਨ ਬਣ ਜਾਵੇ। ਪਰ ਜਦੋਂ ਇਨਸਾਨ ਜਿਉਂਦੀ ਜਾਨ ਬਣਿਆ ਤੇ ਪਰਮੇਸ਼ਵਰ ਨੇ ਇੱਕ ਹੁਕਮਨਾਮਾ ਉਹਨੂੰ ਦੇ ਦਿੱਤਾ, ਇਹ ਆਦਮ, ਤੂੰ ਦਿਨ ਭਰ ਸਾਰਾ ਜਿੱਥੇ ਮਰਜ਼ੀ ਖੇਡ ਪਰ, ਆ ਜਿਹੜਾ ਬਾਗ ਦੇ ਵਿਚਕਾਰ ਇੱਕ ਫਲ ਲੱਗਾ, ਇਹ ਨਹੀਂ ਖਾਣਾ, ਤੇ ਦੂਸਰਾ ਸਮੇਂ ਸਿਰ ਮੇਰੇ ਕੋਲ ਕੀ ਕਰਨਾ ਹੈ, ਤੂੰ ਆਉਣਾ ਹੈ। ਜਿੰਨਾ ਚਿਰ ਉਹ ਆਦਮ ਪਰਮੇਸ਼ਵਰ ਦੇ ਹੁਕਮਨਾਮੇ ਦੀ ਪਾਲਣਾ ਕਰਦਾ ਰਿਹਾ, ਤੇ ਪਰਮੇਸ਼ਵਰ ਬਹੁਤ ਉਹਦੇ ਉੱਤੇ ਖੁਸ਼ ਰਿਹਾ। ਪਰ ਇੱਕ ਦਿਨ ਉਹਨੇ ਪਰਮੇਸ਼ਵਰ ਦੇ ਹੁਕਮਨਾਮੇ ਦੀ ਪਾਲਣਾ ਤੋੜ ਦਿੱਤੀ। ਤੇ ਪਰਮੇਸ਼ਵਰ ਵੀ ਪੁੱਛਦੇ ਹੈ, ਆਦਮ ਤੂੰ ਕਿੱਥੇ ਆ? ਮੈਂ ਤੈਨੂੰ ਮਿਲਣ ਦੇ ਲਈ ਆਇਆ, ਤੇਰੇ ਨਾਲ ਗੱਲਬਾਤ ਕਰਨ ਦੇ ਲਈ ਆਇਆ, ਤੂੰ ਕਿੱਥੇ ਆ? ਮੈਂ ਇੱਕ ਫਲ ਤੇਰੇ ਕੋਲੋਂ ਲੈਣ ਦੇ ਲਈ ਆਇਆ, ਇੱਕ ਫਲ ਤੈਨੂੰ ਦੇਣ ਦੇ ਲਈ ਆਇਆ, ਤੂੰ ਕਿੱਥੇ ਆ? ਤੇ ਆਦਮ ਵੀ ਆਖਦਾ ਹੈ, ਪਰਮੇਸ਼ਵਰ ਮੈਂ ਤੇਰੇ ਸਾਹਮਣੇ ਹੋਣ ਦੇ ਯੋਗ ਨਹੀਂ ਆ, ਕਿਉਂਕਿ ਜਿਹੜਾ ਹੁਕਮ ਤੂੰ ਮੈਨੂੰ ਦਿੱਤਾ ਸੀ, ਉਹ ਹੁਕਮ ਦੀ ਪਾਲਣਾ ਨਹੀਂ ਕਰ ਸਕਿਆ। ਤੇ ਪਰਮੇਸ਼ਵਰ ਵੀ ਆਖਦਾ, ਇਹ ਗੱਲਾਂ ਮੈਂ ਤੈਨੂੰ ਕਦੀ ਵੀ ਨਹੀਂ ਸਿਖਾਈਆਂ। ਹੁਣ ਮੇਰੇ ਅਜ਼ੀਜ਼ੋ, ਅਸੀਂ ਦੇਖਣਾ ਕਿ ਫਲ ਅਸੀਂ ਕਿੱਦਾਂ ਦੇਣਾ। ਆਦਮ ਤੇ ਹਵਾ ਵੀ ਚਲੇ ਗਏ ਆਪਣੀ ਉਮਰ ਭੋਗ ਕੇ,
अपना जीवन व्यतीत करके, जिन्ने नबी आए रसूल आए, सभी अपना जीवन भोग के चले गए। पर जद ਅਸੀਂ इस धरती ਦੇ ਉੱਤੇ ਆਏ ਹਾਂ, आ गया। ਪਾਸੀ ਤੁਹਾਡੀ ਆਵਾਜ਼ ਨਹੀਂ ਆਉਂਦੀ। ਬ੍ਰਦਰ ਕਾਸਿਮ ਜੀ, ਤੁਹਾਨੂੰ ਪਾਸੀ ਜੀ ਦੀ ਆਵਾਜ਼ ਆ ਰਹੀ ਹੈ? ਹੈਲੋ, ਹਾਂਜੀ, ਮੈਂ ਕਿਹਾ ਪਾਸੀ ਜੀ ਹਾਂਜੀ। ਦੀ ਆਵਾਜ਼ ਆ ਰਹੀ? ਨਹੀਂ, ਮੇਰੇ ਹਿਸਾਬ ਨਾਲ ਤਾਂ ਮੈਕ ਬੰਦ ਹੋ ਗਿਆ। ਹਾਂਜੀ, ਮੈਂ ਉਹਨਾਂ ਨੂੰ ਕਹਿ ਆਵਾਜ਼ ਰਿਹਾ ਨਹੀਂ ਆਉਂਦੀ, ਮੈਕ ਵੀ ਖੁੱਲਾ ਹੈ।